हेलो एवरीवन वेलकम टू द चैनल। सो इस वीडियो ਦੇ ਵਿੱਚ ਆਪਾਂ MCQ डिस्कस करते हैं फंजाई किंगडम ਦੇ। सो किंगडम फंजाई ਦਾ ਸਭ ਤੋਂ ਪਹਿਲਾ MCQ है कि फंजाई शो सम asexual reproduction by all of the following kinds of spores except कि ਜਿਹੜੀ मतलब फंजाई है ਇਹਦੇ ਵਿੱਚ asexual reproduction ਜਿਹੜੀ ਆ ਉਹ ਕਿਹਨਾਂ ਦੇ ਥਰੂ ਹੁੰਦੀ ਆ, मतलब मेनली ਕਿਹਨਾਂ ਦੇ ਥਰੂ ਹੁੰਦੀ ਆ ਆਪਾਂ ਨੂੰ ਪਤਾ ਹੈ ਨਾ ਕਿ ਕੋਨੀਡੀਆਜ਼ ਵਗੈਰਾ ਪ੍ਰੈਜੈਂਟ ਹੁੰਦੇ ਇਹਨਾਂ ਦੇ ਵਿੱਚ ਹੈ ਨਾ। ਹੁਣ ਕਹਿੰਦੇ ਕਿਹੜਾ ਇੱਦਾਂ ਦਾ ਪਾਰਟ ਹੈਗਾ ਜਿਹਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਏਸੈਕਸ਼ੁਅਲ ਰਿਪਰੋਡਕਸ਼ਨ ਹੁੰਦੀ ਆ, ਬਾਕੀ ਸਾਰੇ ਏਸੈਕਸ਼ੁਅਲ ਰਿਪਰੋਡਕਸ਼ਨ ਦੇ ਵਿੱਚ ਪ੍ਰੈਜੈਂਟ ਹੁੰਦੇ ਹੈਗੇ ਆ। ਸੋ ਪਹਿਲਾ ਹੈ ਕੋਨੀਡੀਆ, ਦੂਸਰਾ ਹੈ ਓਸਪੋਰਸ, ਥਰਡ ਹੈ ਸੀ ਆਪਸ਼ਨ ਹੈ ਸਪੋਰੈਂजियोस्पोर, फोर्थ है जूस्पोर्स। ਹੁਣ ਇਹਦੀ ਆਪਸ਼ਨ ਹੈ ਆਪਣੀ ਆਪਸ਼ਨ ਬੀ ਓਸਪੋਰਸ। ਜਿਹੜੇ ਓਸਪੋਰਸ ਹੈਗੇ ਆ ਇਹ ਤਾਂ ਹੁੰਦੇ ਆ ਸੈਕਸ਼ੂਅਲ ਰਿਪਰੋਡਕਸ਼ਨ ਦੇ ਵਿੱਚ ਪ੍ਰੈਜੈਂਟ ਹਨ। ਹੁਣ ਉਹਨਾਂ ਨੇ ਆਪਾਂ ਨੂੰ ਪੁੱਛਿਆ ਕਿ ਇੱਦਾਂ ਦਾ ਦੱਸਣਾ ਹੈਗਾ ਆ ਜਿਹੜਾ ਕਿ ਜਿਹਨੂੰ ਛੱਡ ਕੇ ਬਾਕੀ ਸਾਰੇ ਸੈਕਸ਼ੂਅਲ ਰਿਪਰੋਡਕਸ਼ਨ 'ਚ ਆਉਂਦੇ। ਹੁਣ ਕੋਨੀਡੀਆ ਵੀ ਸੈਕਸ਼ੂਅਲ ਰਿਪਰੋਡਕਸ਼ਨ 'ਚ ਬਣਦੇ ਹੈਗੇ ਆ, ਸਪੋਰੈਂजियोस्पोर ਵੀ ਸੈਕਸ਼ੂਅਲ ਰਿਪਰੋਡਕਸ਼ਨ 'ਚ ਹੁੰਦੇ ਹੈਗੇ ਆ, ਜ਼ੂਸਪੋਰਸ ਵੀ ਸੈਕਸ਼ੂਅਲ ਰਿਪਰੋਡਕਸ਼ਨ 'ਚ ਆ, ਬਸ ਓਸਪੋਰਸ ਹੀ ਸੈਕਸ਼ੂਅਲ 'ਚ ਹੈਗੇ ਆ। ਸੋ ਇਹ ਬੀ ਆਪਸ਼ਨ ਜਿਹੜੀ ਇਹਦੀ ਕਰੈਕਟ ਆਪਸ਼ਨ ਹੈ। ਨੈਕਸਟ ਹੈ sexual reproduction in fungi occurs by all of the following except sexual reproduction ਕਿਹਨੂੰ ਛੱਡ ਕੇ ਬਾਕੀ ਸਾਰੇ ਫਾਰਮ ਦੇ ਵਿੱਚ ਹੁੰਦੀ ਹੈਗੀ ਆ, ਬਾਕੀ ਸਾਰੇ ਸਟਰਕਚਰ ਜਿਹੜੇ ਆ ਉਹ ਸੈਕਸ਼ੂਅਲ ਰਿਪਰੋਡਕਸ਼ਨ 'ਚ ਪ੍ਰੈਜੈਂਟ ਹੈ, ਕਿਹਨੂੰ ਛੱਡ ਕੇ ਓਸਪੋਰ ਬਿਲਕੁਲ ਇਹ ਤਾਂ ਸੈਕਸ਼ੂਅਲ ਰਿਪਰੋਡਕਸ਼ਨ ਦਾ ਹੀ ਪਾਰਟ ਆ, ਐਸਕੋਸਪੋਰ, ਜ਼ੂਸਪੋਰ ਕਿ ਬੈਸੀਡੀਓਸਪੋਰ। ਹੁਣ ਕਿਸ ਫਾਰਮ ਦੇ ਵਿੱਚ ਪ੍ਰੈਜੈਂਟ ਹੈਗੇ ਆ ਜ਼ੂਸਪੋਰ, ਕਿਉਂਕਿ ਇਹ ਤਾਂ ਹੁੰਦੇ ਆ ਇਹ ਸੈਕਸ਼ੂਅਲ ਰਿਪਰੋਡਕਸ਼ਨ 'ਚ ਨਾ ਓਸਪੋਰ, ਐਸਕੋਸਪੋਰ ਔਰ ਬੈਸੀਡੀਓਸਪੋਰਸ ਜਿਹੜੀ ਹੈਗੀ ਆ ਇਹ ਆਪਾਂ ਪੜ੍ਹਿਆ ਹੋਇਆ ਆ ਪਿਛਲੀ ਵੀਡੀਓ ਦੇ ਵਿੱਚ ਕਿ ਇਹ ਸੈਕਸ਼ੂਅਲ ਰਿਪਰੋਡਕਸ਼ਨ ਦਾ ਪਾਰਟ ਆ, ਸੌਰੀ ਸੈਕਸ਼ੂਅਲ ਰਿਪਰੋਡਕਸ਼ਨ ਦਾ ਪਾਰਟ ਆ। ਸੋ ਜਿਹੜੇ ਜ਼ੂਸਪੋਰਸ ਹੈਗੇ ਆ ਇਹੀ ਇਹ ਸੈਕਸ਼ੂਅਲ ਰਿਪਰੋਡਕਸ਼ਨ 'ਚ ਹੁੰਦੇ ਆ, ਠੀਕ ਹੈ। ਸੋ ਉਹਨਾਂ ਨੇ ਇਹੀ ਤਾਂ ਪੁੱਛਿਆ ਹੋਇਆ ਕਿ ਕਿਹੜਾ ਇੱਦਾਂ ਦਾ ਜਿਹਨੂੰ ਛੱਡ ਕੇ ਬਾਕੀ ਸਾਰੇ ਸੈਕਸ਼ੂਅਲ ਰਿਪਰੋਡਕਸ਼ਨ 'ਚ ਆਉਂਦੇ ਆ, ਜ਼ੂਸਪੋਰ ਨੂੰ ਛੱਡ ਕੇ ਬਾਕੀ ਸਭ ਆਉਂਦੇ ਹੈਗੇ ਸੈਕਸ਼ੂਅਲ ਰਿਪਰੋਡਕਸ਼ਨ ਦੇ ਪਾਰਟ ਦੇ ਵਿੱਚ। ਨੈਕਸਟ ਹੈ ਡਾਈਕੈਰੀਓਫੇਜ਼ ਇਜ਼ ਅ ਸਪੈਸੀਫਿਕ ਕਰੈਕਟਰਿਸਟਿਕ ਆਫ ਕਿਹਦੇ ਵਿੱਚ ਡਾਈਕੈਰੀਓਫੇਜ਼ ਆਉਂਦਾ ਹੈਗਾ। ਡਾਈਕੈਰੀਓਫੇਜ਼ ਦਾ ਮਤਲਬ ਆ ਕਿ ਜਦੋਂ ਆਪਾਂ ਕਿਹਾ ਸੀ ਨਾ ਕਿ ਇਸ ਤਰੀਕੇ ਨਾਲ ਜਿਹੜੇ ਇਹਨਾਂ ਦੇ ਹਾਈਫੇ ਹੈਗੇ ਆ ਜਦੋਂ ਫਿਊਜ਼ ਕਰਦੇ ਪਹਿਲੇ ਕੀ ਹੁੰਦੀ ਆ ਉਹਨਾਂ ਦੀ ਪਲਾਜ਼ਮੋਗੈਮੀ ਹੁੰਦੀ, ਮਤਲਬ ਉਹਨਾਂ ਦਾ ਪਲਾਜ਼ਮਾ ਪਾਰਟ ਜਦੋਂ ਫਿਊਜ਼ ਕਰਦਾ ਉਹਨੂੰ ਅਸੀਂ ਪਲਾਜ਼ਮੋਗੈਮੀ ਬੋਲ ਦਿੰਦੇ ਹੈਗੇ ਆ। ਉਸ ਤੋਂ ਬਾਅਦ ਜਦੋਂ ਇਹਨਾਂ ਦੋਨਾਂ ਹਾਈਫੇ ਦੇ ਨਿਊਕਲੀਅਸ ਜਿਹੜੇ ਹੈਗੇ ਆ, ਹੁਣ ਸਾਰਿਆਂ ਦੇ ਵਿੱਚ ਨਿਊਕਲੀਅਸ ਤਾਂ ਪ੍ਰੈਜੈਂਟ ਹੀ ਆ, ਜਦੋਂ ਉਹ ਨਿਊਕਲੀਅਸ ਆਪਸ ਦੇ ਵਿੱਚ ਫਿਊਜ਼ ਕਰਦੇ ਹੈਗੇ ਆ, ਠੀਕ ਹੈ, ਨਿਊਕਲੀਅਸ ਆਪਸ ਦੇ ਵਿੱਚ ਮਿਲ ਜਾਣਗੇ, ਉਹਨਾਂ ਨੂੰ ਅਸੀਂ ਕੀ ਕਵਾਂਗੇ, ਨਿਊਕਲੀਅਸ ਦੇ ਫਿਊਜ਼ ਹੋਣ ਨੂੰ ਉਹਨੂੰ ਅਸੀਂ ਕਵਾਂਗੇ ਡਾਈਕੈਰੀਓਫੇਜ਼, ਠੀਕ ਹੈ। ਕੈਰੀਓਫੇਜ਼ ਆ ਇਹ ਕੈਰੀਓਕਾਈਨੇਸਿਸ ਦਾ ਪਾਰਟ ਆ, ਹੈ ਨਾ, ਮਤਲਬ ਜਦੋਂ ਨਿਊਕਲੀਅਸ ਫਿਊਜ਼ ਕਰਦੇ ਉਹਨੂੰ ਅਸੀਂ ਕੈਰੀਓਕਾਈਨੇਸਿਸ ਬੋਲਦੇ ਹਾਂ, ਜਦੋਂ ਦੋਨਾਂ ਦੇ ਕਰਨਗੇ ਫਿਊਜ਼ ਕਰਨਗੇ ਨਿਊਕਲੀਅਸ ਤਾਂ ਉਹਨੂੰ ਅਸੀਂ ਡਾਈਓਕੈਰੀਓਫੇਜ਼ ਕਹਿ ਦਾਂਗੇ, ਠੀਕ ਹੈ। ਸੋ ਡਾਈਕੈਰੀਓਫੇਜ਼ ਕਿਹਨਾਂ ਦੇ ਵਿੱਚ ਸਪੈਸੀਫਿਕ ਕਰੈਕਟਰਿਸਟਿਕ ਹੈਗੀ ਆ, ਫੰਜਾਈ ਦੇ ਹਰ ਇੱਕ ਟਾਈਪ 'ਚ, ਫਾਈਕੋਮਾਈਸਟਸ ਔਰ ਐਸਕੋਮਾਈਸਟਸ ਦੇ ਵਿੱਚ, ਬੈਸੀਡੀਓਸਪੋਰ ਜਾਂ ਡਿਟੀਰੀਓਮਾਈਸਟਸ ਦੇ ਵਿੱਚ, ਐਸਕੋਮਾਈਸਿਟਸ ਜਾਂ ਬੈਸੀਡੀਓਮਾਈਸਿਟਸ ਦੇ ਵਿੱਚ। ਸੋ ਇਹਦੀ ਆਪਸ਼ਨ ਹੈਗੀ ਆਪਸ਼ਨ ਡੀ, ठीक है, एस्कोमाइसिटस और बैसीडियोमाइसिटस इन्हां दे विच डाइकैरियोफेज चलदा है, ठीक है। इन्हां च सैक्शुअल रिप्रोडक्शन के थ्रू इस तरीके नाल दो अलग अलग जिहड़े हैगे वो आपस च फ्यूज करदे हैं ना। सो इहदी ऑप्शन हैगी ऑप्शन डी एस्कोमाइसिटस और बैसीडियोमाइसिटस। नैक्सट है अपना फोर्थ MCQ Eukaryotic, achlorophyllous and heterotrophic organisms are grouped under which of the following kingdom? मोनेरा चाहते हैं, प्रोटिस्टा चाहते हैं, फंजाई चाहते हैं कि प्लांटी चाहते। यूकैरियोटिक भी होंगे आ, ठीक है, एक्लोरोफिलस भी होंगे और हेटेरोट्रॉपिक ऑर्गेनिजम्स आ, ज़्यादातर तो हेटेरोट्रॉपिक ऑर्गेनिजम्स जिन्ने भी आ वो सब आप किंगडम फंजाई के अंदर पढ़ते हैं, ठीक है। सो इसकी ऑप्शन हैगी ऑप्शन सी किंगडम फंजाई। नैक्सट है कोएनोसाइट माइसेलियम इज़ ਜਿਹੜਾ ਕੋਐਨੋਸਾਈਟ ਫਾਰਮ ਦੇ ਵਿੱਚ ਮਾਈਸੇਲੀਅਮ ਹੁੰਦਾ ਆ, ਹੁਣ ਉਹ ਕਿੱਦਾਂ ਦਾ ਹੁੰਦਾ ਆ, ਯੂਨੀਨਿਊਕਲੀਏਟ ਹੁੰਦਾ ਔਰ ਸੈਪਟੇਟ ਹੁੰਦਾ। ਯੂਨੀਨਿਊਕਲੀਏਟ ਮਤਲਬ ਇੱਕ ਹੀ ਨਿਊਕਲੀਅਸ ਔਰ ਸੈਪਟਾ ਪ੍ਰੈਜੈਂਟ ਹੁੰਦੇ ਆ, ਇਸ ਤਰੀਕੇ ਨਾਲ ਹਾਈਫੇ ਦੇ ਵਿੱਚ ਪਾਰਟ ਬਣੇ ਹੁੰਦੇ ਆ, ਜਾਂ ਮਲਟੀ ਨਿਊਕਲੀਏਟ ਔਰ ਸੈਪਟੇਟ ਹੁੰਦੀ ਹੈਗੀ ਆ, ਠੀਕ ਹੈ। ਯੂਨੀਨਿਊਕਲੀਏਟ ਦਾ ਮਤਲਬ ਕੀ ਆ, ਹਾਈਫੇ ਜਿਹੜਾ ਉਹ ਸਿਰਫ ਇੱਕ ਹੀ ਨਿਊਕਲੀਅਸ ਆ ਔਰ ਸੈਪਟਮ
ਸੈਪਟੇਟ ਫਾਰਮ 'ਚ ਆ ਉਹ, ਠੀਕ ਹੈ। ਇਸ ਤਰੀਕੇ ਨਾਲ ਮਲਟੀ ਨਿਊਕਲੀਏਟ ਬਹੁਤ ਸਾਰੇ ਹੈਗੇ ਆ, ਬਟ ਇਸ ਤਰੀਕੇ ਨਾਲ ਪ੍ਰੈਜੈਂਟ ਹੈਗੇ ਆ ਸੈਪਟੇਟ ਫਾਰਮ 'ਚ। ਮਲਟੀ ਨਿਊਕਲੀਏਟ ਔਰ ਏ ਸੈਪਟੇਟ ਫਾਰਮ 'ਚ ਆ ਕਿ ਬੀ ਔਰ ਸੀ ਦੋਨੋਂ ਆਪਸ਼ਨਸ ਆਏਗੀਆਂ। ਬੀ ਔਰ ਸੀ ਤਾਂ ਨਹੀਂ ਆ ਸਕਦੀਆਂ, ਯੂਨੀ ਨਿਊਕਲੀਏਟ ਵੀ ਨਹੀਂ ਹੁੰਦੇ ਹੈਗੇ। ਸੋ ਦੀ ਆਪਸ਼ਨ ਕਿਹੜੀ ਆਏਗੀ? ਇਹਦੀ ਆਏਗੀ ਆਪਸ਼ਨ ਸੀ, ਮਲਟੀ ਨਿਊਕਲੀਏਟ ਵੀ ਹੁੰਦੇ ਆ ਔਰ ਏ ਸੈਪਟੇਟ ਫਾਰਮ ਦੇ ਵਿੱਚ ਵੀ ਹੁੰਦੇ ਇਸ ਤਰੀਕੇ ਨਾਲ, ਠੀਕ ਹੈ। ਨੈਕਸਟ ਹੈ 6th ਵਾਲਾ, ਫੰਜਾਈ ਲੇਕਿੰਗ ਦਾ ਕ੍ਰੋਸ ਵਾਲ ਇਨ ਦਾ ਮਾਈਸੇਲੀਅਮ ਬਿਲੋਂਗਸ ਟੂ ਕਲਾਸ। ਜਿਨ੍ਹਾਂ ਦੇ ਵਿੱਚ ਉਹ ਫੰਜਾਈ ਦੱਸਣੀ ਆ ਜਿਨ੍ਹਾਂ ਦੇ ਵਿੱਚ ਕ੍ਰੋਸ ਵਾਲਸ ਪ੍ਰੈਜੈਂਟ ਨਹੀਂ ਹੁੰਦੀਆਂ ਹੈਗੀਆਂ। ਮਾਈਸੇਲੀਅਮ ਦੇ ਵਿੱਚ ਕ੍ਰੋਸ ਵਾਲਸ ਨਹੀਂ ਹੁੰਦੀਆਂ ਹੈਗੀਆਂ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਮਤਲਬ ਕਿਹੜੀ ਕੈਟਾਗਰੀ 'ਚ ਆਉਂਦੀ? ਫਾਈਕੋਮਾਈਸਟਸ, ਐਸਕੋਮਾਈਸਿਟਸ, ਬੈਸੀਡੀਓਮਾਈਸਿਟਸ ਕਿ ਡਿਟੀਰੀਓਮਾਈਸਿਟਸ। ਹੁਣ ਇਹਦਾ ਆਏਗਾ ਫਾਈਕੋਮਾਈਸਿਟਸ, ਠੀਕ ਹੈ। ਉਹਨਾਂ 'ਚ ਕ੍ਰੋਸ ਵਾਲਸ ਨਹੀਂ ਹੁੰਦੀਆਂ, ਮਤਲਬ ਇਕੱਲੇ ਇਕੱਲੇ ਹੁੰਦੇ ਹੈਗੇ ਔਰ ਕ੍ਰੋਸ ਵਾਲਸ ਹੁੰਦਾ ਉਹਦੇ ਵਿੱਚ ਕੋਈ ਮਤਲਬ ਨਹੀਂ ਹੁੰਦਾ ਹੈਗਾ, ਠੀਕ ਹੈ। ਨੈਕਸਟ ਹੈ ਫੰਜਾਈ ਪ੍ਰੋਡਿਊਸਿੰਗ ਦਾ 8 ਸਪੋਰ ਇਨ ਦਾ ਸੈਕਸ ਬਿਲੋਂਗਸ ਟੂ ਦਾ ਕਲਾਸ। ਕਿ ਉਹ ਫੰਜਾਈ ਜਿਹਦੇ ਵਿੱਚ 8 ਸਪੋਰ ਫਾਰਮ ਹੁੰਦੇ ਹੈਗੇ ਆ, 8 ਸਪੋਰ ਬਣ ਜਾਂਦੇ ਹੈਗੇ ਆ, ਉਹ ਜਿਹੜਾ ਹੈਗਾ ਉਹ ਕਿਹੜੀ ਕਲਾਸ ਆ? ਫਾਈਕੋਮਾਈਸਿਟਸ ਆ, ਐਸਕੋਮਾਈਸਿਟਸ, ਬੈਸੀਡੀਓਮਾਈਸਿਟਸ ਜਾਂ ਡਿਟੀਰੀਓਮਾਈਸਿਟਸ ਹੈਗੇ ਆ। ਹੁਣ ਇਹਦੀ ਆਪਸ਼ਨ ਆਏਗੀ ਆਪਣੀ ਆਪਸ਼ਨ ਬੀ, ਐਸਕੋਮਾਈਸਿਟਸ, ਠੀਕ ਹੈ। ਐਸਕੋਮਾਈਸਿਟਸ 'ਚ ਕੀ ਹੁੰਦਾ ਆ, ਜਦੋਂ ਦੋ ਜਿਹੜੇ ਇਸ ਤਰੀਕੇ ਨਾਲ ਦੋ ਜਿਹੜੇ ਹੁੰਦੇ ਹੈਗੇ ਆ ਨਾ ਹਾਈਫੇ, ਜਦੋਂ ਫਿਊਜ਼ ਕਰਦੇ ਹੈਗੇ ਆ ਉਹਨਾਂ ਦੇ ਵਿੱਚ ਪਲਾਜ਼ਮੋਗੈਮੀ ਹੁੰਦੀ ਆ, ਫਿਰ ਕੈਰੀਓਗੈਮੀ ਹੁੰਦੀ ਹੈਗੀ ਆ। ਕੈਰੀਓਗੈਮੀ ਤੋਂ ਬਾਅਦ ਉਹਨਾਂ ਦੇ ਵਿੱਚ ਨਿਊਕਲੀਅਸ ਦੇ ਮਿਕਸ ਹੋਣ ਤੋਂ ਬਾਅਦ ਜਿਹੜਾ ਪਾਰਟ ਬਣਦਾ ਹੈ ਨਾ, ਜਿਹੜਾ ਸਪੋਰ ਬਣਦਾ ਹੈਗਾ, ਉਸ ਸਪੋਰ ਦੀ ਅੱਗੇ ਮਿਓਸਿਸ ਹੁੰਦੀ ਹੈਗੀ ਆ, ਠੀਕ ਹੈ। ਮਿਓਸਿਸ ਦੇ ਨਾਲ ਉਹਨਾਂ ਦੇ ਨਿਊਕਲੀਅਸ ਜਿਹੜੇ ਹੈਗੇ ਆ ਉਹ ਫਰਦਰ ਮਤਲਬ ਅਲੱਗ-ਅਲੱਗ ਹੁੰਦੇ ਹੈਗੇ ਆ, ਠੀਕ ਹੈ। ਔਰ ਸਪੋਰਸ ਆਪਣੀ ਨਹੀਂ ਬਣਾ ਦਿੰਦੇ ਹੈਗੇ ਆ। ਸੋ ਇਸ ਤਰੀਕੇ ਨਾਲ ਜਦੋਂ 8 ਸਪੋਰਸ ਫਾਰਮ ਹੁੰਦੇ ਆ ਨਾ ਮਿਓਸਿਸ ਦੇ ਥਰੂ, ਹੁਣ ਅੱਗੇ ਨਵੀਂ ਸੈਲਸ ਤਾਂ ਬਣਨਗੇ ਹੀ, ਹੈ ਨਾ। ਸੋ ਜਦੋਂ ਇਸ ਤਰੀਕੇ ਨਾਲ 8 ਸਪੋਰਸ ਬਣ ਜਾਂਦੇ ਹੈਗੇ ਆ 4A ਵਾਲੇ ਨਿਊਕਲੀਅਸ ਤੇ 4A ਵਾਲੇ ਨਿਊਕਲੀਅਸ ਦੇ ਅੱਗੇ ਬਣ ਜਾਂਦੇ ਆ, 4 ਔਰ 4 8 ਸਪੋਰਸ ਹੋ ਗਏ ਨਾ, ਅਲੱਗ-ਅਲੱਗ ਇਸ ਤਰੀਕੇ ਨਾਲ ਅਲੱਗ-ਅਲੱਗ ਬਣ ਜਾਂਦੇ ਆ, ਤਾਂ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਆ? 8 ਸਪੋਰਡ ਸੈੱਲ ਕਹਿ ਦਿੰਦੇ ਹਾਂ, ਠੀਕ ਹੈ। ਔਰ ਉਹ ਕਿਹੜੀ ਕਲਾਸ 'ਚ ਹੁੰਦਾ ਆ? ਐਸਕੋਮਾਈਸਿਟਸ ਦੇ ਵਿੱਚ ਪ੍ਰੈਜੈਂਟ ਹੁੰਦਾ ਆ, ਠੀਕ ਹੈ। ਸੈਕਿੰਡ ਕੈਟਾਗਰੀ ਜਿਹੜੀ ਆ ਸੈਕਿੰਡ ਕਲਾਸ ਹੈਗੀ ਆ। ਨੈਕਸਟ ਹੈ ਇਨ ਪੈਨੀਸੀਲੀਅਮ ਏਸੈਕਸ਼ੂਅਲ ਰੀਪਰੋਡਕਸ਼ਨ ਟੇਕ ਪਲੇਸ ਬਾਈ। ਪੈਨੀਸੀਲੀਅਮ ਦੇ ਵਿੱਚ ਏਸੈਕਸ਼ੂਅਲ ਰੀਪਰੋਡਕਸ਼ਨ ਕਿਹਦੇ ਥਰੂ ਹੁੰਦੀ ਆ? ਐਸਕੋਸਪੋਰਸ ਦੇ ਥਰੂ, ਏਪਲੈਨੋਸਪੋਰਸ ਦੇ ਥਰੂ, ਸਪੋਰੈਂਜੀਓਸਪੋਰ ਦੇ ਥਰੂ ਕਿ ਕੋਨੀਡੀਓਸਪੋਰਸ ਦੇ ਥਰੂ। ਸੋ ਇਹਦੀ ਆਪਸ਼ਨ ਆਏਗੀ ਆਪਸ਼ਨ ਡੀ, ਕੋਨੀਡੀਓ ਸਪੋਰਸ ਦੇ ਥਰੂ ਹੁੰਦੀ ਹੈਗੀ, ਠੀਕ ਹੈ। ਮਤਲਬ ਹਾਈਫੇ ਦੇ ਉੱਪਰ ਇਸ ਤਰੀਕੇ ਨਾਲ ਕੋਨੀਡੀਆਸ ਜਿਹੜੇ ਹੈਗੇ ਆ ਉਹ ਪ੍ਰੋਡਿਊਸ ਹੋ ਜਾਂਦੇ ਹੈਗੇ ਆ, ਠੀਕ ਹੈ। ਉਹਨਾਂ ਦੇ ਥਰੂ ਇਹ ਪੈਨੀਸੀਲੀਅਮ ਜਿਹੜਾ ਆ ਉਹ ਅੱਗੇ ਰਿਪਰੋਡਿਊਸ ਕਰ ਪਾਉਂਦਾ ਆ ਇਹ ਸੈਕਸ਼ੂਅਲ ਫਾਰਮ ਦੇ ਵਿੱਚ। ਸੋ ਇਹਦੀ ਆਪਸ਼ਨ ਆਏਗੀ ਆਪਸ਼ਨ ਡੀ, ਠੀਕ ਹੈ, ਉਹ 8th ਦੀ। ਨੈਕਸਟ ਹੈ 9th, wonder drug penicillin is extracted from which of the following species of penicillium। ਪੈਨੀਸੀਲੀਅਮ ਦੀ ਕਿਹੜੀ ਸਪੀਸ਼ੀਜ਼ ਤੋਂ ਅਸੀਂ ਡਰਗ ਲੈਂਦੇ ਹੈਗੇ, ਮਤਲਬ ਪੈਨੀਸਿਲਿਨ ਐਂਟੀਬਾਇਓਟਿਕ ਦੇ ਤੌਰ ਤੇ ਯੂਜ਼ ਕਰਦੇ ਕਿਹੜੀ ਸਪੀਸ਼ੀਜ਼ ਨੂੰ? ਪੈਨੀਸਿਲੀਅਮ ਨੋਟੇਟਮ, ਪੈਨੀਸਿਲੀਅਮ ਕ੍ਰਾਈਸੋਜੇਨਮ, ਦੋਨੋਂ ਸਪੀਸ਼ੀਜ਼ ਪੈਨੀਸਿਲੀਅਮ ਨੋਟੇਟਮ ਔਰ ਕ੍ਰਾਈਸੋਜੇਨਮ ਦੋਨੋਂ ਕਿ ਕੋਈ ਵੀ ਨਹੀਂ? ਇਹਦੀ ਆਪਸ਼ਨ ਆਏਗੀ ਆਪਸ਼ਨ ਸੀ, ਦੋਨੋਂ। ਪੈਨੀਸਿਲੀਅਮ ਨੋਟੇਟਮ ਔਰ ਪੈਨੀਸਿਲੀਅਮ ਕ੍ਰਾਈਸੋਜੇਨਮ ਜਿਹੜੀਆਂ ਦੋਨੋਂ ਸਪੀਸ਼ੀਜ਼ ਨੂੰ ਐਂਟੀਬਾਇਓਟਿਕ ਦੇ ਤੌਰ ਤੇ ਅਸੀਂ ਯੂਜ਼ ਕਰਦੇ ਹਾਂ, ਬੈਕਟੀਰੀਅਲ ਇਨਫੈਕਸ਼ਨ ਨੂੰ ਖਤਮ ਕਰਨ ਲਈ ਯੂਜ਼ ਕਰਦੇ ਹਾਂ, ਯੂਜ਼ਫੁਲ ਹੁੰਦੀ ਸਾਡੇ ਲਈ ਕਾਫੀ। ਨੈਕਸਟ ਹੈ 10th, ਮੇਨ ਕੰਪੋਨੈਂਟ ਆਫ ਸੈਲ ਵਾਲ ਆਫ ਫੰਜਾਈ। ਫੰਜਾਈ ਦੀ ਸੈਲ ਵਾਲ ਕਿਹਦੇ ਨਾਲ ਬਣਦੀ ਹੈ? ਸੈਲੂਲੋਸ, ਪੈਕਟਿਨ, ਕਾਈਟਿਨ ਕਿ ਡੈਕਸਟਰੀਨ ਕਿਹਦੇ ਨਾਲ ਬਣਦੀ ਹੈ? ਹੁਣ ਆਪਾਂ ਗੱਲ ਕੀਤੀ ਸੀ ਕਿ ਪੋਲੀਸੈਕਰਾਈਡ ਕਾਈਟਿਨ ਦੇ ਨਾਲ ਬਣਦੀ ਆ, ਸੋ ਆਪਣੀ ਆਪਸ਼ਨ ਆਏਗੀ ਆਪਸ਼ਨ ਸੀ, ਕਾਈਟਿਨ, ਠੀਕ ਹੈ। ਜਿਹੜੀ ਕਾਈਟਿਨ ਆ ਇਹ ਪੋਲੀਸੈਕਰਾਈਡ ਦੀ ਫਾਰਮ ਦੇ ਵਿੱਚ ਪ੍ਰੈਜੈਂਟ ਹੁੰਦੀ ਹੈਗੀ ਆ, ਕਾਰਬੋਹਾਈਡਰੇਟ ਦੀ ਇੱਕ ਕੰਪਲੈਕਸ ਫਾਰਮ ਆ ਇਹ ਕਾਈਟਿਨ, ਔਰ ਇਹ ਹਾਰਡਨੈਸ ਪ੍ਰੋਵਾਈਡ ਕਰਦੀ ਆ, ਪ੍ਰੋਟੈਕਸ਼ਨ ਪ੍ਰੋਵਾਈਡ ਕਰਦੀ ਹੈਗੀ ਆ ਫੰਜਾਈ ਨੂੰ,